ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਦੇ ਸਿਰਲੇਖਾਂ ਤੇ ਵਿਚਾਰ ਸਾਂਝੇ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਗੁਰਬਾਣੀ ਵਿੱਚ ਆਏ ਹੋਏ ਸਿਰਲੇਖ ਚੌ ਬੋਲੇ, ਜਿਸ ਵਿੱਚ ਭਾਈ ਸੰਮਨ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਕੁਝ ਪੁੱਛਿਆ ਹੈ ਤੇ ਸਤਿਗੁਰੂ ਜੀ ਨੇ ਉਸ ਦਾ ਜਵਾਬ ਦਿੱਤਾ ਹੈ। ਇਹ ਸਮਝਾਂਗੇ ਤੇ ਫਿਰ ਉਸ ਤੋਂ ਅਗਲਾ ਸਿਰਲੇਖ ਹੈ ਸਵਈਏ। ਉਹਨਾਂ ਸਵਈਆਂ ਦੇ ਵਿੱਚ ਆਪਾਂ ਸਮਝਾਂਗੇ ਕਿ ਜਿਹੜੇ ਭੱਟ ਸਾਹਿਬਾਨ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਪਹਿਲਾਂ ਆਏ, ਫਿਰ ਉਹਨਾਂ ਵਿੱਚੋਂ ਕੁਝ ਭੱਟ ਇਹੋ ਜਿਹੇ ਨੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਆਏ ਨੇ, ਤੇ ਭੱਟ ਭਿੱਖਾ ਜੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਉਣ ਦਾ ਕਾਰਨ ਦੱਸਦਾ ਹੈ ਕਿ ਉਹ ਕਿਉਂ ਆਏ, ਕਿਸ ਕਾਰਨ ਆਏ। ਸੋ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਮੈਂ ਆਪ ਜੀ ਦਾ ਥੋੜ੍ਹਾ ਜਿਹਾ ਸਮਾਂ ਲੈਣਾ ਚਾਹਾਂਗਾ। ਇੱਕ ਪੱਛਮੀ ਕਸ਼ਮੀਰ ਦੇ ਅੰਦਰ ਰਾਜੌਰੀ ਨਾਮ ਦਾ ਇੱਕ ਸਥਾਨ ਹੈ, ਜਿੱਥੇ ਇੱਕ ਰਾਜਪੂਤ ਕਿਸਾਨ ਰਘੂਦੇਵ ਰਹਿੰਦੇ ਨੇ। ਉਹਨਾਂ ਦੇ ਘਰ 27 ਅਕਤੂਬਰ 1670 ਈਸਵੀ ਨੂੰ ਇੱਕ ਬਾਲਕ ਨੇ ਜਨਮ ਲਿਆ। ਉਸ ਬਾਲਕ ਦਾ ਨਾਮ ਲਛਮਣ ਦੇਵ ਰੱਖਿਆ ਗਿਆ। ਉਹ ਬਾਲਕ ਜਨਮ ਤੋਂ ਬੜਾ ਹੋਣਹਾਰ ਸੀ। ਛੋਟੀ ਉਮਰ ਤੋਂ ਉਸਨੇ ਸ਼ਸਤਰ ਵਿੱਦਿਆ, ਸ਼ਸਤਰ ਕਿਵੇਂ ਚਲਾਈਦਾ ਉਹ ਸਿੱਖਣਾ ਆਰੰਭ ਕੀਤਾ। ਜਵਾਨੀ ਉਮਰ ਵਿੱਚ ਸ਼ਸਤਰ ਚਲਾਉਣ ਦੇ ਨਾਲ ਨਾਲ ਉਸ ਨੂੰ ਸ਼ਿਕਾਰ ਕਰਨ ਦਾ ਸ਼ੌਕ ਵੀ ਜਾਗਿਆ। ਉਹ ਇੱਕ ਦਿਨ ਸ਼ਿਕਾਰ ਕਰਨ ਲਈ ਜੰਗਲ ਵਿੱਚ ਗਿਆ ਹੋਇਆ ਹੈ। ਉਹਨੇ ਇੱਕ ਸ਼ਿਕਾਰ ਕੀਤਾ ਤੇ ਸ਼ਿਕਾਰ ਸੀ ਹਰਨੀ ਦਾ। ਜਿਵੇਂ ਹੀ ਹਰਨੀ ਉਹਦੇ ਤੀਰ ਦਾ ਨਿਸ਼ਾਨਾ ਬਣੀ, ਉਹ ਡਿੱਗ ਕੇ ਮਰੀ। ਉਹਦੇ ਪੇਟ ਵਿੱਚ 2 ਬੱਚੇ ਸਨ। ਹਰਨੀ ਦੇ ਮਰਨ ਤੋਂ ਬਾਅਦ ਉਹ ਛੋਟੇ ਛੋਟੇ ਬੱਚੇ 2 ਤੜਪ ਤੜਪ ਕੇ ਇਸ ਲਛਮਣ ਦੇਵ ਦੇ ਸਾਹਮਣੇ ਉਹ ਵੀ ਮਰ ਗਏ। ਇਹ ਬੜਾ ਉਦਾਸ ਹੋਇਆ, ਮਨ ਵਿੱਚ ਬੜਾ ਵੈਰਾਗ ਆਇਆ ਕਿ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਨਾ। ਸ਼ਿਕਾਰ ਕਰਨਾ ਬੰਦ ਕਰਕੇ ਕਿਸੇ ਸਾਧੂ ਦੀ ਭਾਲ ਵਿੱਚ ਨਿਕਲ ਤੁਰਿਆ ਕਿ ਮੈਂ ਆਪਣਾ ਜੋ ਮੇਰੇ ਤੋਂ ਪਾਪ ਹੋਇਆ ਹੈ ਉਸ ਦਾ ਪ੍ਰਾਸ਼ਚਿਤ ਕਰਨ ਲਈ ਅਤੇ ਉਸ ਅਪਰਾਧ ਤੋਂ ਛੁਟਕਾਰਾ ਪਾਉਣ ਲਈ ਇੱਕ ਸਾਧੂ ਨੂੰ ਮਿਲਿਆ ਜਿਸ ਦਾ ਨਾਮ ਸੀ ਜਾਨਕੀ ਪ੍ਰਸਾਦ।
ਜਦੋਂ ਉਸ ਨੂੰ ਮਿਲਿਆ, ਉਹਦੇ ਕੋਲ ਕੁਝ ਸਮਾਂ ਠਹਿਰਿਆ, ਉਸ ਨੇ ਇਸ ਲਛਮਣ ਦੇਵ ਦਾ ਨਾਮ ਜਿਹੜਾ ਹੈ ਉਹ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਵੈਰਾਗ ਉਹਦੇ ਮਨ ਵਿੱਚ ਪਹਿਲਾਂ ਹੀ ਸੀ ਤੇ ਉਹਨੂੰ ਮਾਧੋ ਦਾਸ ਵੈਰਾਗੀ ਆਖਿਆ ਜਾਣ ਲੱਗ ਪਿਆ। ਇਸ ਜਾਨਕੀ ਪ੍ਰਸਾਦ ਦੇ ਕੋਲ ਰਹਿ ਕੇ ਉਹਨੇ ਪ੍ਰਭੂ ਦੀ ਭਗਤੀ ਦਾ ਵੱਲ ਸਿੱਖਿਆ, ਲੇਕਿਨ ਮਨ ਦੀ ਤਸੱਲੀ ਨਹੀਂ ਹੋਈ। ਇੱਥੋਂ ਨਿਕਲ ਤੁਰਿਆ ਕਸ਼ਮੀਰ ਤੋਂ ਤੇ ਚੱਲਦਾ ਚੱਲਦਾ ਇਹ ਨਾਸਿਕ ਪਹੁੰਚ ਗਿਆ। ਨਾਸਿਕ ਇਸ ਨੂੰ ਇੱਕ ਗੁਰੂ ਮਿਲਿਆ ਜਿਹਦਾ ਨਾਮ ਔਗੜਨਾਥ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਉਹ ਤਾਂਤਰਿਕ ਸੀ। ਉਸ ਨੇ ਮਾਧੋ ਦਾਸ ਨੂੰ ਤੰਤਰ ਵਿਦਿਆ ਸਿਖਾਈ, ਉਹਦੇ ਨਾਲ ਜੰਤਰ ਮੰਤਰ ਸਿਖਾਏ। ਮਾਧੋ ਦਾਸ ਇੱਕ ਬਹੁਤ ਵੱਡਾ ਚਮਤਕਾਰੀ ਮਨੁੱਖ ਬਣ ਗਿਆ, ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ। ਨਾਸਿਕ ਤੋਂ ਵਾਪਸ ਪਰਤਿਆ ਤੇ ਅੱਜ ਕੱਲ੍ਹ ਜਿਹੜਾ ਸਥਾਨ ਹੈ ਮਹਾਰਾਸ਼ਟਰ ਵਿੱਚ ਨਾਂਦੇੜ, ਗੋਦਾਵਰੀ ਦੇ ਕਿਨਾਰੇ, ਇਸ ਨੇ ਆਪਣਾ ਇੱਕ ਆਸ਼ਰਮ ਬਣਾਇਆ। ਉਸ ਆਸ਼ਰਮ ਵਿੱਚ ਰਹਿੰਦਾ, ਰਿੱਧੀਆਂ ਸਿੱਧੀਆਂ ਦੇ ਬਲ ਬੋਤੇ ਬਹੁਤ ਸਾਰੇ ਲੋਕ ਇਹਨੇ ਆਪਣੇ ਪਿੱਛੇ ਲਾਏ ਹੋਏ ਸਨ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਂਦੇੜ ਪਹੁੰਚੇ ਸਨ ਤੇ ਉਹ ਸਹਿਜੇ ਚੱਲਦੇ ਚੱਲਦੇ ਇਸ ਮਾਧੋ ਦਾਸ ਦੇ ਡੇਰੇ ਤੇ ਪਹੁੰਚ ਗਏ। ਜਦੋਂ ਉਹਦੇ ਡੇਰੇ ਤੇ ਪਹੁੰਚੇ ਤੇ ਉਹਨੇ ਰਿੱਧੀਆਂ ਸਿੱਧੀਆਂ ਦੇ ਨਾਲ ਗੁਰੂ ਜੀ ਨੂੰ ਨੀਵਾਂ ਦਿਖਾਉਣਾ ਚਾਹਿਆ, ਆਪਣੇ ਆਪ ਨੂੰ ਬਹੁਤ ਵੱਡਾ ਕੋਈ ਮਹਾਂਪੁਰਸ਼ ਸਾਬਤ ਕਰਨਾ ਚਾਹਿਆ, ਪਰ ਉਹਦੀ ਕੋਈ ਰਿੱਧੀ ਸਿੱਧੀ ਕੰਮ ਨਾ ਆਈ, ਕੋਈ ਰਿੱਧੀ ਸਿੱਧੀ ਨਾ ਚੱਲੀ ਤੇ ਗੁਰੂ ਜੀ ਦੇ ਚਰਨਾਂ ਵਿੱਚ ਆ ਬੈਠਾ। ਗੁਰੂ ਜੀ ਪੁੱਛਦੇ ਨੇ, ਤੂੰ ਕੌਣ ਏ? ਤੇ ਆਖਣ ਲੱਗਾ, ਮੈਂ ਤੁਹਾਡਾ ਬੰਦਾ ਹਾਂ। ਉਸਨੇ ਗੁਰੂ ਮਹਾਰਾਜ ਦੇ ਕੋਲੋਂ ਸਾਰੀ ਇਤਿਹਾਸਕ ਵਾਰਦਾਤ ਸੁਣੀ ਕਿ ਗੁਰੂ ਜੀ ਨਾਂਦੇੜ ਕਿਵੇਂ ਪਹੁੰਚੇ, ਉਹਨਾਂ ਨੇ ਪੰਜਾਬ ਕਿਵੇਂ ਛੱਡਿਆ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਕਿਵੇਂ ਹੋਈਆਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਉਹ ਸਾਰਾ ਇਤਿਹਾਸਕ ਵੇਰਵਾ ਗੁਰੂ ਜੀ ਪਾਸੋਂ ਇਸ ਮਾਧੋ ਦਾਸ ਵੈਰਾਗੀ ਨੇ ਸੁਣਿਆ। ਇਹ ਸ਼ਸਤਰ ਵਿਦਿਆ ਦਾ ਬੜਾ ਮਾਹਿਰ ਸੀ ਤੇ ਹੁਣ ਇਹਦੇ ਕੋਲ ਕੁਛ ਰਿੱਧੀਆਂ ਸਿੱਧੀਆਂ ਸਨ। ਇਹ ਆਪਣੇ ਆਪ ਨੂੰ ਇਹਨੇ ਗੁਰੂ ਜੀ ਦੇ ਹਵਾਲੇ ਜਾਂ ਉਹਨਾਂ ਦੇ ਪੇਸ਼ ਕੀਤਾ ਕਿ ਮੈਨੂੰ ਕੋਈ ਸੇਵਾ ਦੱਸੋ, ਜੇ ਕੋਈ ਮੈਂ ਕਰ ਸਕਦਾ ਹੋਵਾਂ ਤੇ ਮੈਂ ਕਰਨ ਲਈ ਤਿਆਰ ਹਾਂ। ਗੁਰੂ ਜੀ ਨੇ ਇਸ ਨੂੰ ਸਿੱਖਿਆ ਦਿੱਤੀ। ਸਿੱਖਿਆ ਦੇ ਕੇ ਇਹਦੇ ਉੱਤੇ ਭਾਰੀ ਬਖਸ਼ਿਸ਼ ਕੀਤੀ। ਉਸ ਬਖਸ਼ਿਸ਼ ਦੇ ਵਿੱਚ ਇਸ ਨੂੰ ਕੌਮ ਦਾ ਆਗੂ ਯਾਨੀ ਜਥੇਦਾਰ ਬਣਾਇਆ ਗਿਆ। ਇਹਦੇ ਨਾਲ 5 ਸਿੰਘ ਦਿੱਤੇ ਗਏ। ਇਹਨੂੰ ਗੁਰੂ ਮਹਾਰਾਜ ਨੇ ਆਪਣੇ ਤੀਰਾਂ ਦੇ ਪੱਥੇ ਵਿੱਚੋਂ ਤੀਰ 5 ਕੱਢ ਕੇ ਦਿੱਤੇ। ਇਸ ਨੂੰ ਪੰਜਾਬ ਵੱਲ ਤੋਰਿਆ ਕਿ ਤੂੰ ਪੰਜਾਬ ਜਾ, ਜਿਹੜੇ ਲੋਕ ਜ਼ੁਲਮ ਕਰਦੇ ਨੇ ਆਮ ਭੋਲੇ ਭਾਲੇ ਲੋਕਾਂ ਦੇ ਉੱਤੇ, ਉਹਨਾਂ ਨੂੰ ਸਿੱਧੇ ਰਾਹ ਪਾ। ਇਹ ਗੁਰੂ ਮਹਾਰਾਜ ਤੋਂ ਬਖਸ਼ਿਸ਼ ਲੈ ਕੇ ਪੰਜਾਬ ਨੂੰ ਆਇਆ ਤੇ ਇਹ ਆਦਮੀ ਜਿਹੜਾ ਲਛਮਣ ਦੇਵ ਸੀ, ਫਿਰ ਮਾਧੋ ਦਾਸ ਵੈਰਾਗੀ ਬਣਿਆ ਤੇ ਹੁਣ ਇਹ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ। ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਇਹਦਾ ਨਾਮ ਬਾਬਾ ਗੁਰਬਖਸ਼ ਸਿੰਘ ਰੱਖਿਆ ਸੀ, ਲੇਕਿਨ ਆਪਣੀ ਬਹਾਦਰੀ ਦੇ ਬਲ ਬੋਤੇ ਤੇ ਇਸ ਨੂੰ ਬੰਦਾ ਸਿੰਘ ਬਹਾਦਰ ਆਖਿਆ ਜਾਣ ਲੱਗ ਪਿਆ।
ਇਹ ਬੰਦਾ ਸਿੰਘ ਬਹਾਦਰ 1700 ਤਕਰੀਬਨ 8 ਵਿੱਚ ਉੱਥੋਂ ਨੰਦੇੜ ਤੋਂ ਤੁਰਿਆ ਸੀ ਤੇ ਸਹਿਜੇ ਸਹਿਜੇ ਚੱਲਦਾ ਚੱਲਦਾ ਇਹ ਪਹਿਲਾਂ ਇਸ ਨੇ ਸਮਾਣਾ ਫਤਿਹ ਕੀਤਾ, ਫਿਰ ਸਢੌਰਾ ਫਤਿਹ ਕੀਤਾ ਤੇ ਇਸ ਸਾਰੇ ਇਲਾਕੇ ਵਿੱਚ ਇਹਨੇ ਆਪਣੀ ਵੱਡੀ ਧਾਂਕ ਜਮਾਈ, ਵੱਡੇ ਵੱਡੇ ਜਰਵਾਣਿਆਂ ਨੂੰ ਸੋਧਿਆ ਤੇ 1710 ਵਿੱਚ ਇਹ ਵਜ਼ੀਰ ਖਾਨ ਕੋਲ ਪਹੁੰਚਿਆ ਸਰਹਿੰਦ। ਵਜ਼ੀਰ ਖਾਨ ਉਹ ਵਿਅਕਤੀ ਹੈ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ। ਸਰਹਿੰਦ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਵਜ਼ੀਰ ਖਾਨ ਨੂੰ ਫੜਿਆ ਤੇ ਇਹਨੂੰ ਸਜ਼ਾ ਦਿੱਤੀ। ਇਹ ਵਜ਼ੀਰ ਖਾਨ ਖਾਲਸਾ ਫੌਜਾਂ ਦੇ ਹੱਥੋਂ ਮਾਰਿਆ ਗਿਆ। ਸੋ ਇਸ ਪੂਰੇ ਖਿੱਤੇ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਕਾਇਮ ਕੀਤਾ। ਅਸੀਂ ਕਹਿ ਸਕਦੇ ਹਾਂ ਕਿ ਸਿੱਖ ਸਮਾਜ ਦੇ ਅੰਦਰ ਸਿੱਖ ਰਾਜ ਦਾ ਇਹ ਪਹਿਲਾ ਬਾਦਸ਼ਾਹ ਹੋਇਆ। 1710 ਵਿੱਚ ਇਸ ਨੇ ਇਸ ਪੰਜਾਬ ਦੇ ਖਿੱਤੇ ਤੇ ਰਾਜ ਕਾਇਮ ਕੀਤਾ। ਅੱਜ ਕੱਲ੍ਹ ਹਿਮਾਚਲ ਦੇ ਅੰਦਰ ਹੈ ਇੱਕ ਜਗ੍ਹਾ ਮੁਖਲਿਸਗੜ੍ਹ। ਉਸ ਮੁਖਲਿਸਗੜ੍ਹ ਨੂੰ ਤਬਦੀਲ ਕੀਤਾ, ਇਸ ਨੇ ਉਹਦਾ ਨਾਮ ਲੋਹਗੜ੍ਹ ਰੱਖਿਆ ਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਸਾਹਿਬ ਦੇ ਨਾਂ ਤੇ ਸਿੱਕਾ ਜਾਰੀ ਕੀਤਾ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਤੇ ਸਿੱਕਾ ਜਾਰੀ ਕੀਤਾ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਥੋੜ੍ਹੇ ਜਿਹੇ ਸਮੇਂ ਵਿੱਚ ਕੰਮ ਕੀਤੇ, ਅਸੀਂ ਉਹਦਾ ਥੋੜ੍ਹਾ ਜਿਹਾ ਜ਼ਿਕਰ ਕਰਨਾ ਹੈ। ਉਸ ਤੋਂ ਬਾਅਦ ਜਿਹੜਾ ਜਾਗੀਰਦਾਰੀ ਸਿਸਟਮ ਸੀ ਪੰਜਾਬ ਦੇ ਅੰਦਰ, ਉਸ ਨੂੰ ਇਸ ਨੇ ਖਤਮ ਕੀਤਾ। ਜਿੰਨੀਆਂ ਵੀ ਜ਼ਮੀਨਾਂ ਕਿਸਾਨ ਵਾਹੁੰਦੇ ਸਨ, ਲੇਕਿਨ ਉਹਨਾਂ ਦਾ ਮਾਲਕ ਕੋਈ ਹੋਰ ਹੁੰਦਾ ਸੀ, ਉਸ ਨੂੰ ਜਾਗੀਰਦਾਰ ਆਖਦੇ ਸਨ। ਜਿਸ ਜ਼ਿਮੀਂਦਾਰ ਕੋਲ, ਕਿਸਾਨ ਕੋਲ ਜਿੰਨੀ ਵੀ ਜ਼ਮੀਨ ਸੀ, ਉਹ ਸਾਰੀ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਕਿਸਾਨਾਂ ਨੂੰ ਬਣਾਇਆ। ਜਾਗੀਰਦਾਰੀ ਸਿਸਟਮ ਨੂੰ ਖਤਮ ਕਰਕੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਬਣਾ ਦਿੱਤਾ। ਸੋ ਇਹ ਜਿਹੜੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਦੀਆਂ, ਭਾਵੇਂ ਉਹਨਾਂ ਨੂੰ ਸਮਾਂ ਬਹੁਤ ਥੋੜ੍ਹਾ ਮਿਲਿਆ। ਉਹ 1716 ਵਿੱਚ ਬਾਦਸ਼ਾਹ ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਫਰਖੁਸ਼ੀਰ ਨੇ ਰਾਜ ਕਾਇਮ ਕੀਤਾ। ਉਹ ਰਾਜਾ ਬਣਿਆ। ਉਸ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਲੰਮੇ ਸਮੇਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਫੌਜਾਂ ਦੇ ਹੱਥ ਆ ਗਏ, ਯਾਨੀ ਫੜੇ ਗਏ। ਉਹ ਫਰਖੁਸ਼ੀਰ ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਿਆ ਸੀ ਤੇ ਦਿੱਲੀ ਦੇ ਅੰਦਰ 740 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ। ਹਰ ਰੋਜ਼ 100 ਸਿੱਖ ਨੂੰ ਕਤਲਗਾਹ ਵਿੱਚ ਲਿਆਇਆ ਜਾਂਦਾ ਤੇ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹਰ ਰੋਜ਼। 7-8 ਦਿਨ ਲੱਗੇ, ਪਰ ਇਤਿਹਾਸ ਲਿਖਦਾ ਹੈ ਕਿ ਇਹਨਾਂ ਸਿੰਘਾਂ ਵਿੱਚੋਂ ਇੱਕ ਵੀ ਆਦਮੀ ਇਹੋ ਜਿਹਾ ਨਹੀਂ ਨਿਕਲਿਆ ਜਿਸ ਨੇ ਇਸਲਾਮ ਨੂੰ ਕਬੂਲ ਕਰ ਲਿਆ ਹੋਵੇ ਤੇ ਆਖਿਆ ਹੋਵੇ ਮੇਰੀ ਜਾਨ ਬਖਸ਼ੀ ਕਰ ਦਿਓ, ਮੈਂ ਸਿੱਖੀ ਛੱਡੀ। ਇੱਕ ਵੀ ਐਸਾ ਨਹੀਂ ਮਿਲਿਆ। ਇਤਿਹਾਸ ਵਿੱਚ ਲਿਖਿਆ ਕਿ ਇੱਕ ਛੋਟੀ ਉਮਰ ਦਾ ਬੱਚਾ, ਕੋਈ 14-15 ਸਾਲਾਂ ਦਾ, ਜਿਸ ਨੂੰ ਬਾਬਾ ਬੰਦਾ ਸਿੰਘ ਦੇ ਨਾਲ ਫੜ ਕੇ ਦਿੱਲੀ ਲਿਆਂਦਾ ਗਿਆ ਸੀ, ਜਿਸ ਦਿਨ ਉਹਦੀ ਵਾਰੀ ਆਈ ਕਤਲ ਹੋਣ ਦੀ, ਉਦੋਂ ਤੱਕ ਕਹਿੰਦੇ ਨੇ ਫਰਖੁਸ਼ੀਰ ਦੇ ਦਰਬਾਰ ਵਿੱਚ ਉਹਦੀ ਮਾਂ ਪਹੁੰਚ ਚੁੱਕੀ ਸੀ। ਉਸ ਨੇ ਆ ਕੇ ਦਰਬਾਰ ਵਿੱਚ ਇਹ ਗੱਲ ਆਖੀ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ।
ਉਹਨੂੰ ਬਿਨਾਂ ਹੀ ਵਜ੍ਹਾ ਤੋਂ ਰਸਤੇ ਵਿੱਚ ਤੇਰੀਆਂ ਫੌਜਾਂ ਨੇ ਫੜ ਕੇ ਨਾਲ ਰਲਾਇਆ ਹੋਇਆ ਹੈ ਸਿੱਖਾਂ ਦੀ ਗਿਣਤੀ ਵਧਾਉਣ ਵਾਸਤੇ। ਮੇਰਾ ਪੁੱਤਰ ਸਿੱਖ ਨਹੀਂ, ਉਸ ਨੂੰ ਛੱਡ ਦਿੱਤਾ ਜਾਏ। ਫਰਖਸ਼ੀਰ ਨੇ ਆਖਿਆ, ਮਾਤਾ ਮੈਂ ਤੈਨੂੰ ਚਿੱਠੀ ਲਿਖ ਦੇਣਾ, ਸਾਈਨ ਕਰ ਦੇਣਾ, ਤੂੰ ਕਤਲਗਾਹ ਵਿੱਚ ਚਲੀ ਜਾ। ਜਦੋਂ ਤੇਰੇ ਪੁੱਤਰ ਦੀ ਵਾਰੀ ਆਏ ਕਤਲ ਹੋਣ ਦੀ ਤੇ ਤੂੰ ਕਾਤਲ ਨੂੰ ਇਹ ਚਿੱਠੀ ਵਿਖਾ ਦੇਈਂ, ਉਹ ਇਹਨੂੰ ਛੱਡ ਦੇਵੇਗਾ, ਪਰ ਇੱਕ ਸ਼ਰਤ ਤੇ ਛੱਡੇਗਾ, ਜੇ ਤਾਂ ਤੇਰਾ ਪੁੱਤਰ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ। ਜਦੋਂ ਉਹਦੀ ਵਾਰੀ ਆਈ, ਉਸ ਮਾਤਾ ਨੇ ਚਿੱਠੀ ਫੜਾਈ, ਜਲਾਦ ਰੁਕਿਆ। ਉਹਨੇ ਆਖਿਆ ਕਿ ਸ਼ਰਤ ਹੈ ਕਿ ਤੈਨੂੰ ਛੱਡ ਦੇਣ ਦੀ, ਜੇ ਤੂੰ ਕਹਿ ਦੇਵੇਂ ਕਿ ਮੈਂ ਸਿੱਖ ਨਹੀਂ ਹਾਂ। ਉਹ ਸਿੱਖ ਨੌਜਵਾਨ ਬੱਚਾ ਜੇ ਚੁੱਪ ਸੀ ਤੇ ਉਹਦੀ ਮਾਂ ਬੋਲ ਉੱਠੀ, ਨਹੀਂ ਜੀ ਨਹੀਂ, ਇਹ ਬਿਲਕੁਲ ਸਿੱਖ ਨਹੀਂ, ਮੈਂ ਵੀ ਸਿੱਖ ਨਹੀਂ ਹਾਂ। ਉਹ ਪੁੱਤਰ ਨੇ, ਉਸ ਬੱਚੇ ਨੌਜਵਾਨ ਨੇ ਜਵਾਬ ਦਿੱਤਾ ਕਿ ਇਹ ਜਲਾਦ, ਜੇ ਮੇਰੀ ਮਾਂ ਕਹਿੰਦੀ ਏ ਮੈਂ ਸਿੱਖ ਨਹੀਂ ਹਾਂ ਤੇ ਮੈਂ ਇਸ ਮਾਂ ਦਾ ਪੁੱਤਰ ਹੀ ਨਹੀਂ ਹਾਂ। ਮੈਂ ਜੀ ਜਾਣ ਤੋਂ ਸਿੱਖ ਹਾਂ ਤੇ ਮੈਂ ਇੱਥੇ ਸ਼ਹੀਦ ਹੋਣਾ ਚਾਹੁੰਦਾ। ਮੈਂ ਆਪਣੇ ਸ਼ਹੀਦ ਸਾਥੀਆਂ ਦੇ ਨਾਲ ਪਹੁੰਚਣਾ ਚਾਹੁੰਦਾ। ਹਰਗਿਜ਼ ਮੈਨੂੰ ਛੱਡਿਆ ਨਾ ਜਾਵੇ। ਮੈਂ ਕਤਲ ਹੋਣ ਲਈ, ਮੈਂ ਸ਼ਹੀਦ ਹੋਣ ਲਈ ਇੱਥੇ ਪਹੁੰਚਿਆ। ਸੋ ਇਸ ਤਰ੍ਹਾਂ 740 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਬੰਦਾ ਸਿੰਘ ਬਹਾਦਰ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਹਦਾ ਮਾਸ ਜੰਬੂਰਾਂ ਦੇ ਨਾਲ ਤੋੜਿਆ ਗਿਆ, ਅੱਖਾਂ ਕੱਢੀਆਂ ਗਈਆਂ, ਜੀਭ ਕੱਟ ਦਿੱਤੀ ਗਈ, ਫਿਰ ਕੱਲਾ ਕੱਲਾ ਬੰਦ ਕਰਕੇ ਉਹਦਾ ਕੱਟਿਆ ਗਿਆ। ਲੇਕਿਨ ਸ਼ਹੀਦ ਕਰਨ ਤੋਂ ਪਹਿਲਾਂ ਫਰਖਸ਼ੀਰ ਨੇ ਇੱਕ ਗੱਲ ਪੁੱਛੀ ਸੀ ਕਿ ਬੰਦਾ ਸਿੰਘ, ਤੂੰ ਕਿਹੋ ਜੀ ਮੌਤ ਮਰਨਾ ਚਾਹੁੰਦਾ? ਹੁਣ ਤੂੰ ਮਰਨਾ ਤੇ ਹੈ ਹੀ ਏ। ਤੇ ਬਾਬਾ ਬੰਦਾ ਸਿੰਘ ਨੇ ਜਿਹੜੇ ਬਚਨ ਆਖੇ ਸਨ ਬੜੇ ਹੀ ਭਾਵਪੂਰਤ ਨੇ। ਬੰਦਾ ਸਿੰਘ ਨੇ ਆਖਿਆ, ਫਰਖਸ਼ੀਰ ਮੈਨੂੰ ਤੂੰ ਉਸ ਮੌਤੇ ਮਾਰ ਜਿਸ ਮੌਤੇ ਤੂੰ ਆਪ ਮਰਨਾ ਚਾਹੁੰਦਾ। ਇਹ ਬਚਨ ਬਾਬਾ ਬੰਦਾ ਸਿੰਘ ਨੇ ਅਖੀਰ ਵਿੱਚ ਆਖੇ ਸਨ। ਉਹਨਾਂ ਨੂੰ 9 ਜੂਨ 1716 ਈਸਵੀ ਨੂੰ ਦਿੱਲੀ ਵਿੱਚ ਬਾਦਸ਼ਾਹ ਫਰਖਸ਼ੀਰ ਦੇ ਹੁਕਮ ਅਨੁਸਾਰ ਸ਼ਹੀਦ ਕੀਤਾ ਗਿਆ ਸੀ। ਸੋ ਕੱਲ ਜਿਹੜੀ 25 ਤਰੀਕ ਬੀਤੀ ਹੈ, ਨਾਨਕਸ਼ਾਹੀ ਕੈਲੰਡਰ ਮੁਤਾਬਕ ਕੱਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਸੀ। ਉਸ ਦੇ ਸਬੰਧ ਵਿੱਚ ਮੈਂ ਥੋੜ੍ਹੇ ਜਿਹੇ ਬਚਨ ਆਪ ਜੀ ਨਾਲ ਸਾਂਝੇ ਕੀਤੇ ਨੇ। ਇਤਿਹਾਸ ਭਾਵੇਂ ਲੰਬਾ ਹੈ, ਬਾਬਾ ਜੀ ਨੇ ਬਹੁਤ ਲੜਾਈਆਂ ਲੜੀਆਂ। ਉਹਨਾਂ ਨੇ ਸਤਲੁਜ ਤੇ ਯਮੁਨਾ ਦੇ ਵਿਚਕਾਰ ਵੱਡਾ ਰਾਜ ਸਥਾਪਿਤ ਕੀਤਾ ਸੀ। ਸਹਾਰਨਪੁਰ ਤੱਕ, ਦਿੱਲੀ ਦੀਆਂ ਕੰਧਾਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ, ਜੰਮੂ ਕਸ਼ਮੀਰ ਤੱਕ ਉਸ ਪਾਸਿਓਂ। ਸੋ ਇਹ ਥੋੜ੍ਹੀ ਜਿਹੀ ਵਿਚਾਰ ਤੋਂ ਬਾਅਦ ਆਪਾਂ ਅੱਜ ਦੇ ਵਿਸ਼ੇ ਵੱਲ ਆਉਂਦੇ ਹਾਂ। ਅੱਜ ਦਾ ਆਪਣਾ ਵਿਸ਼ਾ ਹੈ ਗੁਰਬਾਣੀ ਦੇ ਸਿਰਲੇਖਾਂ ਵਿੱਚੋਂ ਚੌਬੋਲੇ। ਪਹਿਲਾਂ ਆਪਾਂ ਸਮਝਦੇ ਹਾਂ ਚੌਬੋਲੇ ਕਿਸ ਨੂੰ ਆਖਿਆ ਜਾਂਦਾ ਹੈ। ਇਹਦੇ 3-4 ਰੂਪ ਹੁੰਦੇ ਨੇ। ਇੱਕ ਤੇ ਹਰ ਬੰਦ ਵਿੱਚ 4-4 ਪੰਕਤੀਆਂ ਹੋਣ ਤੇ ਉਹ ਚੌਬੋਲੇ ਅਖਵਾਉਂਦਾ ਹੈ, ਉਹ ਛੰਦ। ਫਿਰ ਹਰ ਪੰਕਤੀ ਦੇ ਅਖੀਰ ਤੇ ਕਿਸੇ ਨੂੰ ਸੰਬੋਧਨ ਕੀਤਾ ਹੋਇਆ ਹੋਵੇ ਤਾਂ ਵੀ ਉਹ ਚੌਬੋਲੇ ਅਖਵਾਉਂਦਾ ਹੈ। ਇਸ ਤਰ੍ਹਾਂ ਦੇ ਹੋਰ ਕਈ ਰੂਪ ਨੇ ਮਹਾਨ ਕੋਸ਼ ਵਿੱਚ ਲਿਖੇ ਹੋਏ, ਪਰ ਜੋ ਗੁਰਬਾਣੀ ਵਿੱਚ ਇਸ ਦਾ ਰੂਪ ਹੈ ਚੌਬੋਲੇ ਦਾ, ਉਹ ਇਹਦਾ ਰੂਪ ਹੈ ਕਿ ਇਹ 11 ਬੰਦ ਹਨ ਇਸ ਬਾਣੀ ਦੇ, ਤੇ ਉਹਨਾਂ 11 ਬੰਦਾਂ ਦੇ ਅੰਦਰ 4 ਬੰਦਿਆਂ ਨੂੰ ਸੰਬੋਧਨ ਕੀਤਾ ਹੋਇਆ। ਉਹ 4 ਬੰਦੇ ਹਨ। ਸੰਮਨ, ਜੋ ਸ਼ਾਹਬਾਜ਼ਪੁਰ ਦਾ ਰਹਿਣ ਵਾਲਾ, ਲਾਹੌਰ ਦੇ ਲਾਗੇ ਇੱਕ ਪਿੰਡ ਸੀ, ਉਸ ਨੂੰ ਸੰਬੋਧਨ ਕੀਤਾ ਹੋਇਆ ਹੈ। ਫਿਰ ਇਹਦਾ ਪੁੱਤਰ ਸੀ ਮੂਸਨ, ਉਸ ਨੂੰ ਸੰਬੋਧਨ ਕੀਤਾ ਹੋਇਆ ਹੈ। ਇੱਕ ਗੁਰੂ ਦਾ ਸਿੱਖ ਹੈ ਜਮਾਲ ਤੇ ਇੱਕ ਹੈ ਪਤੰਗ। ਇਹ 4 ਜਨਿਆਂ ਨੂੰ, ਗੁਰੂ ਪਿਆਰਿਆਂ ਨੂੰ ਸੰਬੋਧਨ ਦੇ ਰੂਪ ਵਿੱਚ
ਇਹ ਬਾਣੀ ਛੋਟਾ ਜਿਹਾ ਰੂਪ ਹੈ ਇਸ ਦਾ, ਇਹ ਉਚਾਰੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ। ਇਸ ਕਾਰਨ ਇਸ ਦਾ ਚੌਬੋਲੇ ਨਾਮ ਰੱਖਿਆ ਗਿਆ ਕਿ ਇਹ ਚਾਰ ਬੰਦਿਆਂ ਨੂੰ, ਚਾਰ ਗੁਰੂ ਪਿਆਰਿਆਂ ਨੂੰ ਸੰਬੋਧਿਤ ਹੈ ਇਹ ਪਵਿੱਤਰ ਬਾਣੀ। ਸੋ ਆਓ ਅਸੀਂ ਹੁਣ ਸਮਝਦੇ ਹਾਂ ਕਿ ਸੰਮਣ ਦੇ ਨਾਲ ਜਿਹੜੇ ਬਚਨ ਹੋਏ ਗੁਰੂ ਮਹਾਰਾਜ ਦੇ, ਉਹਨਾਂ ਦੀ ਵਿਚਾਰ ਕੀ ਹੈ। ਭਾਵੇਂ ਦੇ ਨਾਲ ਇੱਕ ਮਿਥਿਹਾਸਕ ਸਾਖੀ ਲਿਖੀ ਹੋਈ ਹੈ, ਮੈਂ ਉਸ ਸਾਖੀ ਵੱਲ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੈਂ ਪਹਿਲਾਂ ਹੀ ਆਖਿਆ ਉਹ ਮਿਥਿਹਾਸਕ ਹੈ। ਮਿਥਿਹਾਸ ਦਾ ਮਤਲਬ ਹੁੰਦਾ ਜਿਹਦੇ ਵਿੱਚ ਸੱਚਾਈ ਨਾ ਹੋਵੇ। ਸੋ ਜਿਹਦੇ ਵਿੱਚ ਸੱਚਾਈ ਹੀ ਨਹੀਂ, ਉਹਦੀ ਗੱਲ ਆਪਾਂ ਕੀ ਕਰਨੀ ਹੈ। ਲੇਕਿਨ ਜਿਹੜੀ ਸੱਚਾਈ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਲਿਖੀ ਹੈ, ਉਸ ਦਾ ਵਰਣਨ ਕਰਨਾ ਜ਼ਰੂਰ ਬਣਦਾ ਹੈ। ਸੰਮਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਵਿੱਚ ਕਾਲ ਪਿਆ, ਉੱਥੇ ਸੇਵਾ ਕਰਨ ਲਈ ਪਹੁੰਚੇ। ਉਹਨਾਂ ਨੇ ਬਹੁਤ ਮਨੁੱਖਤਾ ਦੀ ਸੇਵਾ ਕੀਤੀ, ਭੁੱਖਿਆਂ ਨੂੰ ਰੋਟੀ ਦਿੱਤੀ, ਲੋੜਵੰਦਾਂ ਨੂੰ ਕੱਪੜੇ ਦਿੱਤੇ, ਦਵਾਈਆਂ ਵੰਡੀਆਂ ਇਤਿਆਦਿਕ ਬਹੁਤ ਭਾਰੀ ਸੇਵਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਹੱਥੀਂ ਤੇ ਸਿੱਖਾਂ ਨੂੰ ਨਾਲ ਲੈ ਕੇ। ਉੱਥੇ ਸੰਮਨ ਨਾਮ ਦਾ ਗੁਰੂ ਦਾ ਸਿੱਖ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਤੇ ਇਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਚਾਹੁੰਦਾ ਤੁਸੀਂ ਸਾਡੇ ਗ੍ਰਹਿ ਸੰਗਤ ਸਹਿਤ ਚਰਨ ਪਾਓ, ਅਸੀਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨਾ ਚਾਹੁੰਦੇ ਹਾਂ। ਗੁਰੂ ਮਹਾਰਾਜ ਨੇ ਇਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਗੁਰੂ ਮਹਾਰਾਜ ਸੰਗਤ ਸਮੇਤ ਇਹਨਾਂ ਦੇ ਘਰ ਗਏ। ਇਸ ਨੇ ਸਾਰੀ ਸੰਗਤ ਦੀ ਜੀ ਦੇ ਨਾਲ, ਤਨ ਮਨ ਤੇ ਧਨ ਦੇ ਨਾਲ ਬਹੁਤ ਸੇਵਾ ਕੀਤੀ ਅਤੇ ਲਾਹੌਰ ਨਿਵਾਸੀਆਂ ਦੀ ਸੇਵਾ ਵਿੱਚ ਵੀ ਇਸ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ। ਲਾਹੌਰ ਦੇ ਅੰਦਰ ਬੜੇ ਵੱਡੇ ਵੱਡੇ ਅਮੀਰ ਲੋਕ ਰਹਿੰਦੇ ਸਨ। ਤੁਹਾਨੂੰ ਇਹ ਤੇ ਪਤਾ ਹੀ ਹੋਣਾ ਹੈ ਕਿ ਲਾਹੌਰ ਜਿਹੜਾ ਹੈ ਬੜਾ ਪੁਰਾਣਾ ਸ਼ਹਿਰ ਹੈ। ਸ਼੍ਰੀ ਰਾਮ ਚੰਦਰ ਦੇ ਦੋ ਪੁੱਤਰ ਸਨ, ਲਵ ਤੇ ਕੁਸ਼। ਇਹ ਜਿਹੜਾ ਲਾਹੌਰ ਸ਼ਹਿਰ ਹੈ, ਲਵ ਨੇ ਵਸਾਇਆ ਸੀ। ਉਸ ਲਵ ਦੇ ਨਾਮ ਤੋਂ ਹੀ ਇਸ ਦਾ ਨਾਮ ਲਾਹੌਰ ਪਿਆ ਸੀ। ਸੋ ਇਹ ਬੜਾ ਪੁਰਾਣਾ ਸ਼ਹਿਰ, ਇੱਥੇ ਬੜੇ ਅਮੀਰ ਆਦਮੀ ਰਹਿੰਦੇ ਸਨ। ਤੇ ਸੰਮਣ ਦਾ ਇਹ ਸਵਾਲ ਸੀ ਕਿ ਗੁਰੂ ਜੀ ਮੈਨੂੰ ਇੱਕ ਗੱਲ ਦੱਸੋ ਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਸੇਵਾ ਸਿਮਰਨ ਨਾਲ ਹੀ ਹੋ ਸਕਦੀ ਏ ਕਿ ਧਨ ਦੌਲਤ ਦਿੱਤਿਆਂ ਵੀ ਹੋ ਸਕਦੀ ਏ। ਜਿਵੇਂ ਆਮ ਲੋਕ ਸਾਧੂਆਂ ਦੀ ਮਾਇਆ ਨਾਲ ਸੇਵਾ ਕਰਦੇ ਨੇ, ਬਸਤਰਾਂ ਨਾਲ ਸੇਵਾ ਕਰਦੇ ਨੇ, ਹੋਰ ਕਈ ਪ੍ਰਕਾਰ ਦਾ ਸਾਜੋ ਸਮਾਨ ਸਾਧੂਆਂ ਦੇ ਡੇਰਿਆਂ ਤੇ ਪਹੁੰਚਾਉਂਦੇ ਨੇ। ਤੇ ਸਵਾਲ ਇਹੋ ਹੀ ਏ ਕਿ ਕੀ ਸੇਵਾ ਤੇ ਸਿਮਰਨ ਦੇ ਨਾਲ ਪ੍ਰਾਪਤੀ ਵਾਹਿਗੁਰੂ ਜੀ ਦੀ ਹੁੰਦੀ ਏ ਕਿ ਕੋਈ ਧਨ ਪਦਾਰਥ ਤੇ ਮਾਇਆ ਦਿੱਤਿਆਂ ਵੀ ਰੱਬ ਦੀ ਪ੍ਰਾਪਤੀ ਹੋ ਸਕਦੀ ਏ? ਮੈਨੂੰ ਇਹਦੇ ਬਾਰੇ ਚਾਨਣਾ ਪਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਬਚਨ ਆਖੇ, ਸੰਮਨ ਇਹ ਉਸ ਭਾਈ ਦਾ ਨਾਮ ਏ, ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਦਮ ਦਾ ਮਤਲਬ ਹੈ ਦਾਮ, ਦਾਮ ਦਾ ਮਤਲਬ ਹੈ ਮਾਇਆ। ਹੋਤੀ ਸਾਟ, ਸਾਟ ਤੋਂ ਮਤਲਬ ਹੈ ਉਹਦੇ ਤਬਾਦਲੇ ਵਿੱਚ ਵੱਟਾ ਸੱਟਾ ਕਰਨਾ। ਜਿਵੇਂ ਪੁਰਾਣੇ ਸਮੇਂ 'ਚ ਆਪਾਂ ਕੋਈ ਅਨਾਜ ਆਦਿਕ ਲੈ ਕੇ ਜਾਂਦੇ ਸਨ ਦੁਕਾਨ ਤੇ ਉਹਦੇ ਵੱਟੇ ਆਪਾਂ ਨੂੰ ਦੁਕਾਨਦਾਰ ਕੋਈ ਸੌਦਾ ਦਿਆ ਕਰਦਾ ਸੀ। ਪੁਰਾਣੇ ਸਮੇਂ ਵਿੱਚ ਬਹੁਤ ਸਾਰੇ ਰਿਸ਼ਤੇ ਨਾਤੇ ਹੁੰਦੇ ਰਹੇ ਵੱਟੇ ਦੇ ਹਿਸਾਬ ਵਿੱਚ, ਕਿ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਤੁਹਾਨੂੰ ਦਿਆਂਗੇ, ਆਪਣੀ ਬੇਟੀ ਦਾ ਰਿਸ਼ਤਾ ਤੁਸੀਂ ਸਾਨੂੰ ਦਿਓਗੇ। ਇਸ ਨੂੰ ਵੱਟੇ ਦਾ ਸਾਕ ਆਖਦੇ ਸਨ। ਇਹ ਜਿਹੜਾ ਸਾਟ ਸ਼ਬਦ ਹੈ ਇਹ ਵੱਟੇ ਦੇ ਸੰਬੰਧ ਵਿੱਚ ਉਚਾਰਨ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਹੇ ਸੰਮਨ, ਜੇਕਰ ਮਾਇਆ ਦੇ ਵੱਟੇ, ਮਾਇਆ ਦੇ ਬਦਲੇ ਪਰਮਾਤਮਾ ਦੀ ਜਾਂ ਇਸ ਪਰਮਾਤਮਾ ਦੇ ਪ੍ਰੇਮ ਦੀ ਜਿਹੜੀ ਖੇਪ ਹੈ ਉਸ ਨੂੰ ਪ੍ਰਾਪਤ ਕਰ ਲਿਆ ਜਾ ਸਕਦਾ ਹੁੰਦਾ, ਰਾਮਨ ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ।
ਗੁਰੂ ਜੀ ਨੇ ਇਹ ਰਾਵਣ ਦੀ ਉਦਾਹਰਨ ਲਈ ਏ ਕਿ ਰਾਵਣ ਕਿਤੇ ਗਰੀਬ ਨਹੀਂ ਸੀ। ਰਾਵਣ ਦਾ ਤੇ ਸਾਰਾ ਪਿੰਡ ਹੀ ਸੋਨੇ ਦਾ ਮਿਥਿਹਾਸਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਸ ਦੀ ਸ਼੍ਰੀ ਲੰਕਾ ਸੋਨੇ ਦੀ ਬਣੀ ਹੋਈ ਸੀ। ਗੁਰਬਾਣੀ ਵਿੱਚ ਬਚਨ ਆਏ ਨੇ, ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਭਾਵੇਂ ਉਹਦਾ ਕਿਲਾ ਸੋਨੇ ਦਾ ਬਣਿਆ ਹੋਇਆ ਸੀ, ਜਿਸ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਉਹ ਬੜਾ ਅਮੀਰ ਆਦਮੀ ਸੀ। ਕੋਈ ਕਿਲਾ ਸੋਨੇ ਦਾ ਨਹੀਂ ਸੀ ਬਣਿਆ ਹੋਇਆ, ਲੇਕਿਨ ਉਹ ਬਹੁਤ ਅਮੀਰ ਆਦਮੀ ਸੀ। ਉਸ ਵਕਤ ਦੇ ਵੱਡਿਆਂ ਅਮੀਰਾਂ ਵਿੱਚੋਂ ਸਭ ਤੋਂ ਵੱਡਾ ਅਮੀਰ ਰਾਵਣ ਹੁੰਦਾ ਸੀ। ਤੇ ਗੁਰੂ ਜੀ ਉਸ ਦੀ ਉਦਾਹਰਨ ਲੈਂਦੇ ਨੇ ਕਿ ਉਹ ਕਿਤੇ ਗਰੀਬ ਨਹੀਂ ਸੀ। ਜੇਕਰ ਪਰਮਾਤਮਾ ਦੀ ਪ੍ਰਾਪਤੀ ਜਾਂ ਪਰਮਾਤਮਾ ਦਾ ਪ੍ਰੇਮ ਧਨ ਜਾਂ ਦੌਲਤ ਦੇ ਬਦਲੇ ਖਰੀਦਿਆ ਜਾ ਸਕਦਾ ਹੁੰਦਾ ਤੇ ਰਾਵਣ ਜ਼ਰੂਰ ਖਰੀਦ ਲੈਂਦਾ। ਉਹ ਗਰੀਬ ਆਦਮੀ ਨਹੀਂ ਸੀ, ਉਹ ਬੜਾ ਅਮੀਰ ਸੀ। ਔਰ ਅਸੀਂ ਇਹ ਵੀ ਸਮਝ ਸਕਦੇ ਹਾਂ, ਸੱਚਮੁੱਚ ਜੇ ਪਰਮਾਤਮਾ ਜਾਂ ਪਰਮਾਤਮਾ ਦਾ ਪਿਆਰ ਧਨ ਦੌਲਤ ਨਾਲ ਖਰੀਦਿਆ ਜਾ ਸਕਦਾ ਹੁੰਦਾ ਤੇ ਕਦੀ ਭਗਤ ਰਵਿਦਾਸ ਦੀ ਵਾਰੀ ਨਾ ਆਉਂਦੀ, ਨਾਮਦੇਵ ਦੀ ਵਾਰੀ ਨਾ ਆਉਂਦੀ ਰੱਬ ਨੂੰ ਮਿਲਣ ਦੀ, ਕਬੀਰ ਦੀ ਵਾਰੀ ਨਾ ਆਉਂਦੀ ਰੱਬ ਨੂੰ ਮਿਲਣ ਦੀ। ਵੱਡੇ ਵੱਡੇ ਰਾਜੇ ਮਹਾਰਾਜੇ ਰੱਬ ਨੂੰ ਖਰੀਦ ਲੈਂਦੇ ਤੇ ਆਪਣੀਆਂ ਕੈਦ ਕੋਠੜੀਆਂ ਵਿੱਚ ਕੈਦ ਕੀਤਾ ਹੋਇਆ ਹੁੰਦਾ ਹੁਣ। ਸੋ ਗੁਰੂ ਜੀ ਨੇ ਆਖਿਆ, ਜਿਨ ਸਿਰ ਦੀਨੇ ਕਾਟ। ਪਰਮਾਤਮਾ ਦੀ ਭਗਤੀ ਕੇਵਲ ਤੇ ਕੇਵਲ ਆਪਣਾ ਆਪਾ ਸਮਰਪਿਤ ਕੀਤਿਆਂ ਪ੍ਰਾਪਤ ਹੋ ਸਕਦੀ ਏ, ਹੋਰ ਕੋਈ ਤਰੀਕਾ ਜਾਂ ਕੋਈ ਚਾਰਾ ਨਹੀਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਹੈ ਰੱਬ ਨੂੰ ਮਿਲਣ ਦਾ ਰਸਤਾ। ਆਪਣਾ ਸਿਰ ਤਲੀ ਤੇ ਰੱਖਣਾ ਪੈਂਦਾ ਹੈ, ਭਾਵ ਆਪਣਾ ਅਹਮ ਛੱਡ ਕੇ ਕੇਵਲ ਤੇ ਕੇਵਲ ਪ੍ਰਭੂ ਦੇ ਜਾਂ ਗੁਰੂ ਦੇ ਸਮਰਪਿਤ ਹੋਣਾ ਪੈਂਦਾ ਹੈ। ਜਿਨ ਸਿਰ ਦੀਨੇ ਕਾਟ। ਇਹ ਵੀ ਮਿਥਿਹਾਸਕ ਕਹਾਣੀ ਹੈ ਕਿ ਰਾਵਣ ਨੇ 10 ਵਕਤ ਆਪਣਾ ਸਿਰ ਕੱਟ ਕੇ, ਉਹ ਸ਼ਿਵ ਦਾ ਪੁਜਾਰੀ ਸੀ, ਸ਼ਿਵ ਅੱਗੇ ਅਰਪਣ ਕਰਦਾ ਰਿਹਾ ਆਪਣਾ ਸਿਰ, ਤਾਂ ਹੀ ਉਸ ਨੂੰ ਦਹਿ ਸਿਰ ਆਖਦੇ ਨੇ। ਔਰ ਇੱਕ ਇਹ ਵੀ ਧਾਰਨਾ ਹੈ ਕਿ ਉਹ ਇੰਨਾ ਦਿਮਾਗਦਾਰ ਆਦਮੀ ਸੀ ਕਿ ਮਾਨੋ 10 ਬੰਦਿਆਂ ਜਿੰਨਾ ਦਿਮਾਗ ਉਹਦੇ ਇਕੱਲੇ ਦੇ ਸਿਰ ਵਿੱਚ ਸੀ, ਇਸ ਲਈ ਵੀ ਉਸ ਨੂੰ ਦਹਿ ਸਿਰ ਆਖਿਆ ਜਾਂਦਾ। ਜਿਹੜੇ ਉਹ 10 ਸਿਰ ਜਦੋਂ ਰਾਮ ਲੀਲਾ ਹੁੰਦੀ ਤੇ ਉਹ ਰਾਵਣ ਦਾ ਬੁੱਤ ਬਣਾ ਕੇ ਵਿਖਾਉਂਦੇ, ਉਹਦੇ 10 ਸਿਰ ਵਿਖਾਉਂਦੇ ਉੱਤੇ, ਅਸਲ ਵਿੱਚ ਉਹਨੂੰ ਕੋਈ 10 ਸਿਰ ਨਹੀਂ ਸਨ ਲੱਗੇ ਹੋਏ। ਉਹ ਸ਼ਿਵ ਦਾ ਪੁਜਾਰੀ ਸੀ। ਇੱਕ ਕਥਨ ਮੁਤਾਬਕ ਉਹ ਆਪਣਾ ਸਿਰ ਕੱਟ ਕੇ ਪੂਜਾ ਦੇ ਤੌਰ ਤੇ ਸ਼ਿਵ ਦੇ ਅੱਗੇ ਅਰਪਣ ਕਰਿਆ ਕਰਦਾ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਸਨੇ 10 ਜਨਮ ਸ਼ਿਵ ਦੀ ਭਗਤੀ ਕੀਤੀ ਤੇ 10 ਵਰੀ ਸਿਰ ਕੱਟ ਕੇ ਸ਼ਿਵ ਦੇ ਚਰਨਾਂ ਵਿੱਚ ਰੱਖਿਆ। ਤੇ ਇਹ ਵੀ ਕਹਿ ਸਕਦੇ ਹਾਂ ਕਿਉਂਕਿ ਇੰਨਾ ਦਿਮਾਗਦਾਰ ਆਦਮੀ ਸੀ ਕਿ ਉਹ 10 ਬੰਦਿਆਂ ਜਿੰਨਾ ਦਿਮਾਗ ਰੱਖਦਾ ਸੀ। ਸੋ ਗੁਰੂ ਸਾਹਿਬ ਨੇ ਆਖਿਆ ਵੀ ਉਹ ਗਰੀਬ ਆਦਮੀ ਨਹੀਂ ਸੀ ਜਿਹਨੂੰ ਸ਼ਿਵ ਦੀ ਪ੍ਰਾਪਤੀ ਵਾਸਤੇ, ਉਹਦੀ ਬਖਸ਼ਿਸ਼ ਲੈਣ ਵਾਸਤੇ ਉਸ ਨੂੰ ਆਪਣੇ ਬਾਰ-ਬਾਰ ਸਿਰ ਕੱਟ ਕੇ ਅਰਪਣ ਕਰਨੇ ਪਏ। ਸੋ ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਿਸੇ ਧਨ ਨਾਲ, ਕਿਸੇ ਦੌਲਤ ਨਾਲ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੀ ਪ੍ਰਾਪਤੀ ਕੇਵਲ ਤੇ ਕੇਵਲ ਆਪਾ ਭਾਵ ਸਮਰਪਿਤ ਕਰਨ ਨਾਲ ਹੁੰਦੀ ਏ। ਜਾਂ ਦੂਸਰੀ ਗੱਲ ਆਖੀਏ, ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ ਤੇ ਆਪਣੇ ਜੀਵਨ ਵਿੱਚ ਅਪਣਾ ਲੈਣਾ। ਪ੍ਰਭੂ ਦੀ ਪ੍ਰਾਪਤੀ ਇਸ ਤਰ੍ਹਾਂ ਵੀ ਹੁੰਦੀ ਏ। ਸੋ ਆਪਾਂ ਜਿੰਨੇ ਪ੍ਰਾਣੀ ਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਸੁਣਦੇ ਹਾਂ, ਆਪਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਏ ਕਿ ਜਿਹੜੀ ਆਪਾਂ ਸੇਵਾ ਭੇਟਾ ਗੁਰਦੁਆਰੇ, ਕਿਸੇ ਮੰਦਰ, ਕਿਸੇ ਮਸਜਿਦ, ਕਿਸੇ ਧਰਮ ਸਥਾਨ ਤੇ ਦਿੰਦੇ ਹਾਂ, ਉਹ ਅਸੀਂ ਇਸ ਲਈ ਦਿੰਦੇ ਹਾਂ ਕਿ ਇਹ ਸਥਾਨ ਨੂੰ ਠੀਕ ਢੰਗ ਨਾਲ ਚੱਲਦਾ ਰੱਖਿਆ ਜਾ ਸਕੇ।
ਕਿਉਂਕਿ ਹਰ ਸਥਾਨ ਦੇ ਆਪਣੇ ਕੁਝ ਖਰਚੇ ਹੁੰਦੇ ਨੇ। ਬਿਜਲੀ ਚੱਲਦੀ ਹੈ, ਇਸ ਬਿਲਡਿੰਗ ਦੀ ਆਪਾਂ ਨੂੰ ਕਿਸ਼ਤ ਆਉਂਦੀ ਹੈ, ਇਹਦੇ ਹੋਰ ਕਿੰਨੇ ਖਰਚੇ ਨੇ ਮੇਨਟੇਨੈਂਸ ਦੇ। ਉਹਨਾਂ ਖਰਚਿਆਂ ਨੂੰ ਚਲਾਉਣ ਵਾਸਤੇ ਮਾਇਆ ਚਾਹੀਦੀ ਹੈ। ਲੇਕਿਨ ਕਦੀ ਕੋਈ ਮਨੁੱਖ ਇਹ ਨਾ ਸੋਚੇ ਕਿ ਮੈਂ ਗੋਲਕ ਵਿੱਚ ਇੰਨੀ ਮਾਇਆ ਪਾ ਦਿੱਤੀ ਤੇ ਮੈਂ ਰੱਬ ਨੂੰ ਖਰੀਦ ਲਵਾਂਗਾ, ਜਾਂ ਗੁਰੂ ਹੁਣ ਮੇਰੇ ਵੱਸ ਵਿੱਚ ਹੋ ਜਾਏਗਾ, ਹੁਣ ਜੋ ਮੈਂ ਆਖਾਂਗਾ ਗੁਰੂ ਉਹ ਹੀ ਕਰੇਗਾ। ਐਸਾ ਕਦੀ ਨਾ ਸੋਚ ਲੈਣਾ ਮਨ ਵਿੱਚ। ਮਾਇਆ ਜ਼ਰੂਰ ਦਿਓ, ਮਾਇਆ ਦੀ ਬੜੀ ਜ਼ਰੂਰਤ ਹੈ, ਲੇਕਿਨ ਇਸ ਲਈ ਹੈ ਕਿ ਇਸ ਸੰਸਥਾ ਨੂੰ, ਯਾਨੀ ਇਸ ਨੂੰ ਨਹੀਂ ਮੈਂ ਕਹਿ ਰਿਹਾ, ਦੁਨੀਆ ਦੇ ਅੰਦਰ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਚੱਲਦਿਆਂ ਰੱਖਣ ਲਈ ਮਾਇਆ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਨਾ ਗੁਰੂ ਤੇ ਨਾ ਪਰਮਾਤਮਾ ਮਾਇਆ ਨਾਲ ਖਰੀਦਿਆ ਨਹੀਂ ਜਾ ਸਕਦਾ। ਇਹ ਗੱਲ ਆਪਾਂ ਧਿਆਨ ਵਿੱਚ ਜ਼ਰੂਰ ਰੱਖਣੀ ਹੈ। ਗੁਰੂ ਨੂੰ ਤੇ ਪਰਮੇਸ਼ਵਰ ਨੂੰ ਕੇਵਲ ਤੇ ਕੇਵਲ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ, ਆਪਣਾ ਆਪਾ ਉਸ ਦੇ ਭੇਟ ਕਰਕੇ, ਆਪਣਾ ਆਪਾ ਸਮਰਪਿਤ ਕਰਕੇ। ਸੋ ਇਹ ਬਚਨ ਸੰਮਨ ਜੀ ਨੇ ਪੁੱਛੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਦਾ ਜਵਾਬ ਦਿੱਤਾ, ਜੋ ਕੇਵਲ ਸੰਮਨ ਵਾਸਤੇ ਨਹੀਂ, ਸਾਡੇ ਸਭਨਾਂ ਵਾਸਤੇ ਹੈ। ਅੱਗੇ ਆਪਾਂ ਵਿਚਾਰ ਕਰਦੇ ਹਾਂ। ਜਿਹੜਾ ਅਗਲਾ ਸਿਰਲੇਖ ਹੈ ਉਹ ਹੈ ਸਵਈਏ। ਸਵਈਏ ਇਸ ਗੁਰਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਮਹਾਰਾਜ ਦੇ ਆਪਣੇ ਉਚਾਰੇ ਹੋਏ ਵੀ ਹਨ ਤੇ ਭੱਟਾਂ ਦੇ ਉਚਾਰੇ ਹੋਏ ਵੀ ਹਨ। ਇਸ ਲਈ ਬਹੁ ਗਿਣਤੀ ਭੱਟਾਂ ਦੇ ਸਵਈਆਂ ਦੀ ਏ, ਇਸ ਲਈ ਇਹਨਾਂ ਸਾਰੇ ਸਵਈਆਂ ਨੂੰ ਭੱਟਾਂ ਦੇ ਸਵਈਏ ਹੀ ਆਖ ਦਿੱਤਾ ਜਾਂਦਾ ਹੈ। ਸੋ ਭੱਟਾਂ ਦੇ ਸਵਈਏ ਜਿਹੜੇ ਨੇ ਇਹ 11 ਭੱਟ ਹੋਏ ਨੇ, ਤੇ ਭੱਟ ਸਾਨੇ ਬ੍ਰਾਹਮਣ। ਭਾਟ ਅੱਜ ਵੀ ਕਹਿੰਦੇ ਨੇ, ਬ੍ਰਾਹਮਣਾਂ ਦੀ ਇੱਕ ਜਾਤੀ ਹੈ ਭਾਟ, ਉਹਨਾਂ ਨੂੰ ਗੁਰਮੁਖੀ ਵਿੱਚ ਭੱਟ ਕਿਹਾ ਜਾਂਦਾ ਹੈ। ਇਹ ਉਹ ਬ੍ਰਾਹਮਣ ਨੇ ਜਿਹੜੇ ਗਾਇਆ ਕਰਦੇ ਸਨ, ਚਾਹੇ ਉਹ ਵੇਦਾਂ ਸ਼ਾਸਤਰਾਂ ਦੇ ਸ਼ਬਦ ਗਾਉਂਦੇ, ਉਹਨਾਂ ਦੇ ਮੰਤਰ ਗਾਉਂਦੇ ਜਾਂ ਕੁਝ ਹੋਰ ਗਾਉਂਦੇ। ਉਹ ਉੱਚੀ ਆਵਾਜ਼ ਵਿੱਚ ਗਾ ਕੇ ਰਾਜਿਆਂ ਦੇ ਦਰਬਾਰ ਵਿੱਚ, ਵੱਡੀਆਂ ਵੱਡੀਆਂ ਸਭਾਵਾਂ ਦੇ ਵਿੱਚ ਉਹ ਗਾ ਕੇ ਲੋਕਾਂ ਨੂੰ ਧਾਰਮਿਕ ਪਹਿਲੂ ਤੋਂ ਪਰਮਾਤਮਾ ਨਾਲ ਜੋੜਿਆ ਕਰਦੇ। ਸੋ ਜਿਹੜੇ ਭੱਟ ਭਿੱਖਾ ਜੀ ਹਨ, ਉਹਨਾਂ 11 ਭੱਟਾਂ ਵਿੱਚੋਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ 11 ਭੱਟਾਂ ਵਿੱਚੋਂ ਇੱਕ ਭੱਟ ਹਨ ਭੱਟ ਭਿੱਖਾ ਜੀ। ਇਹ ਭਿੱਖਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਸਭ ਤੋਂ ਪਹਿਲਾਂ ਆਏ ਨੇ। ਭਾਵੇਂ ਕੁਝ ਭੱਟ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਆਏ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਸਨ, ਤੇ ਉਹਨਾਂ ਦੀ ਥਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਲਈ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਸਤਾਰਬੰਦੀ ਦੀ ਇੱਕ ਰਸਮ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ। ਉਸ ਦਸਤਾਰਬੰਦੀ ਦੀ ਰਸਮ ਸਮੇਂ ਇਹ ਬਾਕੀ ਦੇ ਭੱਟ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ ਸਨ। ਸੋ ਭੱਟ ਭਿੱਖਾ ਜੀ ਜਿਹੜੇ ਨੇ ਇਹ ਪਹੁੰਚੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ, ਤੇ ਉਹ ਆਪ ਦੱਸਦੇ ਨੇ ਕਿ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਕਿਉਂ ਤੇ ਕਿਵੇਂ ਆਇਆ। ਅਸਲ ਵਿੱਚ ਜਿੰਨੇ ਵੀ ਧਾਰਮਿਕ ਲੋਕ ਹੁੰਦੇ ਨੇ, ਸਹੀ ਅਰਥਾਂ ਵਿੱਚ ਜਿਹੜੇ ਧਾਰਮਿਕ ਹੁੰਦੇ ਨੇ, ਬਹੁ ਗਿਣਤੀ ਤੇ ਪਹਿਰਾਵੇ ਦੇ ਧਾਰਮਿਕ ਨੇ, ਅੰਦਰੋਂ ਧਾਰਮਿਕ ਨਹੀਂ ਹੁੰਦੇ। 99% ਮੈਂ ਕਹਿ ਦਿਆਂ ਤੇ ਕੋਈ ਅੱਤ ਕਥਨੀ ਨਹੀਂ ਹੋਣ ਲੱਗੀ। ਜਿੰਨੇ ਤੁਹਾਨੂੰ ਇਸ ਬਾਣੇ ਵਿੱਚ ਲੋਕ ਨਜ਼ਰ ਆਉਂਦੇ ਨੇ, ਧਾਰਮਿਕ ਬਾਣੇ ਵਿੱਚ, ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਣ, 99% ਲੋਕ ਨੇ ਜਿਹੜੇ ਕੇਵਲ ਬਾਣਾ ਧਾਰੀ ਹੀ ਧਾਰਮਿਕ ਹਨ, ਅੰਦਰੋਂ ਧਾਰਮਿਕ ਨਹੀਂ ਹਨ। ਕੇਵਲ 1% ਲੋਕ ਅਜਿਹੇ ਮਿਲਦੇ ਨੇ ਜਿਹੜੇ ਬਾਣੇ ਤੋਂ ਬਿਨਾਂ ਅੰਦਰੋਂ ਧਾਰਮਿਕ ਹੁੰਦੇ ਨੇ, ਤੇ ਸਹੀ ਅਰਥਾਂ ਵਿੱਚ ਧਾਰਮਿਕ ਹੀ ਉਹ ਹੁੰਦੇ ਨੇ। ਕਿਸੇ ਬਾਣੇ ਨਾਲ, ਕਿਸੇ ਬਨਾਵਟੀ ਰੂਪ ਦੇ ਨਾਲ ਕੋਈ ਮਨੁੱਖ ਬਹਿਰੂਪੀਆ ਤਾਂ ਬਣ ਸਕਦਾ ਹੈ, ਲੇਕਿਨ ਧਾਰਮਿਕ ਨਹੀਂ ਬਣ ਸਕਦਾ। ਹੁਣ ਜਿਹੜੇ ਧਾਰਮਿਕ ਲੋਕ ਹੁੰਦੇ ਨੇ, ਉਹਨਾਂ ਦੀ ਇੱਕ ਮਨਸ਼ਾ ਹੁੰਦੀ ਹੈ, ਇੱਕ ਇੱਛਾ ਹੁੰਦੀ ਹੈ ਆਪਣੀ ਜ਼ਿੰਦਗੀ ਵਿੱਚ ਕਿ ਉਹ ਅਧਿਆਤਮਿਕਤਾ ਦੇ ਸਿਖਰ ਤੇ ਪਹੁੰਚ ਜਾਣ।
ਅਧਿਆਤਮਿਕਤਾ ਦਾ ਸਿਖਰ ਹੁੰਦਾ ਹੈ ਪਰਮਾਤਮਾ ਵਿੱਚ ਅਭੇਦ ਹੋਣਾ। ਇਸ ਤੋਂ ਪਹਿਲਾਂ ਅਧਿਆਤਮਿਕਤਾ ਪੂਰੀ ਨਹੀਂ ਹੁੰਦੀ। ਭਾਵੇਂ ਕਿਸੇ ਦਾ ਥੋੜ੍ਹੇ ਸਮੇਂ ਲਈ ਮਨ ਟਿਕਣ ਲੱਗ ਪੈਂਦਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਕਿਸੇ ਨੂੰ ਵੈਰਾਗ ਆ ਜਾਂਦਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਕਿਸੇ ਨੂੰ ਅੰਦਰੋਂ ਕੋਈ ਸ਼ਬਦ ਸੁਣਾਈ ਦੇ ਜਾਂਦੇ ਨੇ, ਥੋੜ੍ਹੇ ਸਮੇਂ ਲਈ ਮਨ ਸ਼ਾਂਤ ਹੋ ਜਾਂਦਾ ਹੈ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਅਧਿਆਤਮਿਕਤਾ ਦੀ ਜਿਹੜੀ ਸਿਖਰ ਹੁੰਦੀ ਹੈ ਉਹ ਹੁੰਦੀ ਹੈ ਪ੍ਰਭੂ ਵਿੱਚ ਅਭੇਦ ਹੋ ਜਾਣਾ। ਸੋ ਜਿੰਨਾ ਚਿਰ ਧਾਰਮਿਕ ਵਿਅਕਤੀ, ਅਧਿਆਤਮਿਕ ਵਿਅਕਤੀ ਪ੍ਰਭੂ ਜੀ ਦੇ ਵਿੱਚ ਅਭੇਦ ਨਹੀਂ ਹੁੰਦਾ, ਉਹਨਾਂ ਚਿਰ ਉਹਦਾ ਮਨ ਠਹਿਰਦਾ ਨਹੀਂ। ਉਹਦੇ ਮਨ ਵਿੱਚ ਕਾਹਲੀ ਪੈਂਦੀ ਏ, ਮੈਨੂੰ ਕੋਈ ਇਹੋ ਜਿਹਾ ਗੁਰੂ ਵਿਅਕਤੀ ਮਿਲੇ ਜਿਹੜਾ ਮੈਨੂੰ ਮੇਰੇ ਮਾਲਕ ਨਾਲ ਜੋੜ ਦੇਵੇ, ਜਾਂ ਜੋ ਮੈਂ ਚਾਹ ਰਿਹਾ ਹਾਂ ਉਸ ਦੀ ਪ੍ਰਾਪਤੀ ਮੈਨੂੰ ਹੋ ਜਾਵੇ। ਭਿਖਾ ਜੀ ਆਖਦੇ ਨੇ ਇਸੇ ਕੰਮ ਵਾਸਤੇ ਕਿ ਮੈਂ ਆਪਣੇ ਪ੍ਰਭੂ ਦੇ ਵਿੱਚ ਅਭੇਦ ਹੋ ਜਾਵਾਂ। ਰਹਿਓ ਸੰਤ ਹੋਂ ਟੋਲ, ਟੋਲ ਦਾ ਮਤਲਬ ਹੈ ਲੱਭਣਾ, ਟੋਲਣਾ। ਮੈਂ ਲੰਮੇ ਸਮੇਂ ਤੋਂ ਸੰਤਾਂ ਦੀ ਭਾਲ ਵਿੱਚ ਸਾਂ, ਲੇਕਿਨ ਇੱਥੇ ਉਹਨਾਂ ਨੇ ਅੱਗੇ ਜ਼ਿਕਰ ਕੀਤਾ ਹੈ, ਮੈਂ ਉਹ ਵੀ ਤੁਹਾਡੇ ਨਾਲ ਬਚਨ ਕਰਨਾ ਹੈ। ਰਹਿਓ ਸੰਤ ਹੋਂ ਟੋਲ, ਮੈਂ ਲੰਮੇ ਸਮੇਂ ਤੋਂ ਸੰਤਾਂ ਦੀ ਭਾਲ ਵਿੱਚ ਸਾਂ। ਸਾਧ ਬਹੁਤੇਰੇ ਡਿੱਠੇ, ਮੈਂ ਬੜੇ ਸਾਧੂਆਂ ਦੇ ਡੇਰਿਆਂ 'ਤੇ ਗਿਆ, ਬੜੇ ਸਾਧੂਆਂ ਦੇ ਆਸ਼ਰਮਾਂ ਵਿੱਚ ਗਿਆ, ਲੇਕਿਨ ਵੇਖਿਆ ਕਿ ਸੰਨਿਆਸੀ ਤਪੱਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ। ਮੈਂ ਵੇਖਿਆ ਕਿ ਵੱਡੇ ਵੱਡੇ ਸੰਨਿਆਸੀ ਲੋਕ, ਵੱਡੇ ਵੱਡੇ ਤਪੱਸਵੀ ਲੋਕ ਤੇ ਵੱਡੇ ਵੱਡੇ ਪੰਡਿਤ ਲੋਕ, ਇਹ ਲੋਕ ਮੂੰਹ ਦੇ ਹੀ ਮੀਆਂ ਮਿੱਠੂ ਸਨ, ਅੰਦਰੋਂ ਟੁੱਟੇ ਹੋਏ ਲੋਕ ਸਨ, ਅੰਦਰੋਂ ਨਫ਼ਰਤ ਨਾਲ ਭਰੇ ਹੋਏ ਲੋਕ ਸਨ, ਅੰਦਰੋਂ ਮਾਇਆ ਦੇ ਪੁਜਾਰੀ ਸਨ, ਜਿਹੜੇ ਬਾਹਰੋਂ ਰੱਬ ਦੇ ਪੁਜਾਰੀ ਨਜ਼ਰ ਆ ਰਹੇ ਸਨ। ਇਹ ਪਤਾ ਕਦੋਂ ਲੱਗਦਾ? ਜਦੋਂ ਅਸੀਂ ਇਹਨਾਂ ਲੋਕਾਂ ਦੇ ਵਿੱਚ ਜਾਂਦੇ ਹਾਂ। ਬਾਹਰੋਂ ਮੈਂ ਵੀ ਬਾਣਾ ਪਾਇਆ, ਕਈ ਹੋਰ ਲੋਕਾਂ ਨੇ ਪਾਏ ਹੋਣਗੇ, ਤੁਹਾਨੂੰ ਬਾਹਰੋਂ ਦਿਸੇਗਾ ਕਿ ਬੰਦਾ ਬਹੁਤ ਰੱਬ ਨੂੰ ਮੰਨਣ ਵਾਲਾ ਹੈ, ਪਰ ਉਹਦੀ ਸੰਗਤ ਵਿੱਚ ਜਾਇਆ, ਉਹਦੇ ਨਾਲ ਵਰਤੋਂ ਵਿਹਾਰ ਕਰਿਆ, ਫਿਰ ਸਹੀ ਮਾਇਨਿਆਂ ਵਿੱਚ ਸਮਝ ਆਉਂਦੀ ਏ ਕਿ ਬੰਦਾ ਕਿੱਥੇ ਖੜਾ ਹੈ। ਉਸ ਤੋਂ ਪਹਿਲਾਂ ਨਹੀਂ ਸਮਝ ਆਉਂਦੀ। ਤੇ ਭੱਟ ਭਿਖਾ ਜੀ ਆਖਦੇ ਨੇ, ਮੈਂ ਬੜੇ ਸਾਧੂਆਂ ਦੇ, ਸੰਤਾਂ ਦੇ, ਸੰਨਿਆਸੀਆਂ ਦੇ, ਤਪੱਸਵੀਆਂ ਦੇ, ਪੰਡਿਤਾਂ ਦੇ ਆਸ਼ਰਮਾਂ ਵਿੱਚ ਗਿਆ। ਇਹ ਮੂੰਹ ਦੇ ਮੀਆਂ ਮਿੱਠੂ ਮੈਨੂੰ ਨਜ਼ਰ ਆਏ, ਇਹਨਾਂ ਵਿੱਚ ਕੁਛ ਵੀ ਅਸਲੀਅਤ ਕਿਤੇ ਨਜ਼ਰ ਨਾ ਆਈ। ਫਿਰ ਅੱਗੇ ਕਹਿੰਦੇ ਨੇ 1 ਸਾਲ ਤੇ ਮੈਂ ਲਗਾਤਾਰ ਇਸ ਕੰਮ ਵਿੱਚ ਲੱਗਾ ਰਿਹਾ। ਬਰਸ ਏਕ ਹੋਂ ਫਿਰਿਓ, ਕਿਨੈ ਨਹੁ ਪਰਚੋ ਲਾਇਓ। ਮੈਂ 1 ਸਾਲ ਤੇ ਘਰ ਛੱਡ ਕੇ ਇਸ ਮੁਹਿੰਮ ਤੇ ਨਿਕਲ ਤੁਰਿਆ ਕਿ ਮੈਨੂੰ ਕੋਈ ਸਾਧੂ ਮਿਲੇ, ਮੈਨੂੰ ਕੋਈ ਸੰਤ ਮਿਲੇ ਜਿਹੜਾ ਮੇਰੀ ਇੱਛਾ ਨੂੰ ਪੂਰੀਆਂ ਕਰੇ, ਮੈਨੂੰ ਸੱਚਾ ਮਾਰਗ ਵਿਖਾਏ ਤੇ ਉਸ ਮਾਰਗ ਤੇ ਚੱਲ ਕੇ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂ। ਬਰਸ ਏਕ ਹੋਂ ਫਿਰਿਓ, 1 ਸਾਲ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਆਸ਼ਰਮਾਂ ਤੇ ਕਿੰਨੇ ਸਾਧੂਆਂ ਦੇ ਡੇਰਿਆਂ ਤੇ ਇਹ ਬੰਦਾ ਗਿਆ ਹੋਏਗਾ। ਕਿੰਨੇ ਨਾਹੁ ਪਰਚੋ ਲਾਇਓ, ਪਰਚੋ ਲਾਇਓ ਦਾ ਮਤਲਬ ਹੁੰਦਾ ਤਸੱਲੀ ਕਰਵਾ ਦੇਣੀ। ਇਹਨਾਂ ਵਿੱਚੋਂ ਕਿਸੇ ਇੱਕ ਬੰਦੇ ਨੇ ਵੀ ਮੇਰੇ ਦਿਲ ਦੀ ਤਸੱਲੀ ਨਹੀਂ ਕਰਵਾਈ। ਜਿਵੇਂ ਅਸੀਂ ਮਹਾਤਮਾ ਬੁੱਧ ਦਾ ਜੀਵਨ ਪੜ੍ਹਦੇ ਹਾਂ, ਉਹ ਕਈਆਂ ਗੁਰੂਆਂ ਨੂੰ ਮਿਲੇ, ਇੱਕ ਨੂੰ ਨਹੀਂ, ਕਈ ਗੁਰੂ ਉਹਨਾਂ ਨੇ ਬਦਲੇ। ਜਿਸ ਵੀ ਗੁਰੂ ਕੋਲ ਉਹ ਜਾਂਦੇ, ਥੋੜ੍ਹੇ ਜਿਹੇ ਦਿਨ ਉਹਦੇ ਕੋਲ ਰਹਿੰਦੇ ਤੇ ਉਹ ਜਿੰਨਾ ਕੁ ਅਭਿਆਸ ਉਹ ਗੁਰੂ ਦੱਸਦਾ ਉਹ ਕੁਝ ਦਿਨਾਂ 'ਚ ਉਹ ਕਰ ਲੈਂਦੇ ਤੇ ਕਹਿੰਦੇ ਮੈਨੂੰ ਇਸ ਤੋਂ ਅੱਗੇ ਦੱਸ। ਤੇ ਉਹ ਗੁਰੂ ਚੰਗੇ ਸਨ, ਕਹਿੰਦੇ ਇਸ ਤੋਂ ਅੱਗੇ ਮੈਨੂੰ ਨਹੀਂ ਪਤਾ, ਕੋਈ ਹੋਰ ਗੁਰੂ ਲੱਭ। ਉਹਨੇ 8-10 ਗੁਰੂ ਬਦਲੇ ਸਨ, ਤਸੱਲੀ ਨਹੀਂ ਸੀ ਮੰਨਦੀ ਹੋਈ। ਇਸੇ ਤਰ੍ਹਾਂ ਇਹ ਭੱਟ ਭਿਖਾ ਜੀ ਦਾ ਜਿਹੜਾ ਜੀਵਨ ਹੈ ਉਹ ਆਪ ਬਿਆਨ ਕਰਦੇ ਨੇ ਪਏ ਕਿ ਮੇਰੀ ਕਿਸੇ ਵੀ ਇਹਨਾਂ ਮਹਾਂਪੁਰਸ਼ਾਂ ਦੇ ਡੇਰਿਆਂ ਤੇ ਜਾ ਕੇ ਮੇਰੇ ਮਨ ਦੀ ਤਸੱਲੀ ਨਹੀਂ ਹੋਈ। ਕਹਿਤੀ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਮੈਂ ਇਹਨਾਂ ਦੀਆਂ ਗੱਲਾਂ ਤੇ ਬੜੀਆਂ ਸੁਣੀਆਂ, ਬੜੀਆਂ ਇਹਨਾਂ ਦੀਆਂ ਰਹਿਤ ਮਰਿਆਦਾਵਾਂ ਸੁਣੀਆਂ, ਬੜੇ ਇਹਨਾਂ ਦੇ ਮੈਂ ਜਬਤ ਸੁਣੇ ਕਿ ਇਸ ਤਰ੍ਹਾਂ ਕਰਨ ਨਾਲ ਉਸ ਤਰ੍ਹਾਂ ਹੋ ਜਾਂਦਾ। ਬੜੇ ਆਸਣ ਸਿੱਖੇ, ਬੜਾ ਕੁਝ ਸਿੱਖਿਆ ਇਹਨਾਂ ਲੋਕਾਂ ਕੋਲੋਂ,
को खुशी ना आयो। पर ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਕਿ ਮੇਰੀ ਖੁਸ਼ੀ ਨਹੀਂ ਬਣੀ, ਮੇਰਾ ਮਨ ਪ੍ਰਸੰਨ ਨਹੀਂ ਹੋਇਆ ਇਹਨਾਂ ਦੇ ਇਹਨਾਂ ਕਾਰਨਾਮਿਆਂ ਤੋਂ, ਕਿਉਂਕਿ ਦੱਸ ਕੁਝ ਹੋਰ ਰਹੇ ਸਨ ਤੇ ਮੈਂ ਵੇਖਿਆ ਅੰਦਰ ਖਾਤੇ ਇਹ ਕਰ ਕੁਝ ਹੋਰ ਰਹੇ ਸਨ। ਨਾ ਮੇਰੀ ਤਸੱਲੀ ਹੋਈ ਇਹਨਾਂ ਕੋਲੋਂ, ਨਾ ਇਹਨਾਂ ਉੱਤੇ ਮੇਰਾ ਮਨ ਪ੍ਰਸੰਨ ਹੋਇਆ, ਕਿਉਂਕਿ ਇਹਨਾਂ ਦੀ ਰਹਿਣੀ ਵਿੱਚ ਤੇ ਇਹਨਾਂ ਦੀ ਕਥਨੀ ਵਿੱਚ ਬਹੁਤ ਵੱਡਾ ਅੰਤਰ ਸੀ। ਜਦੋਂ ਕਿਸੇ ਮਨੁੱਖ ਦੀ ਕਥਨੀ ਤੇ ਕਰਨੀ ਵਿੱਚ ਅੰਤਰ ਆ ਜਾਂਦਾ ਹੈ, ਉਦੋਂ ਉਸ ਬੰਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੁੰਦਾ। ਸੋ ਅੱਗੇ ਇਹਨਾਂ ਨੇ ਇਹ ਬਚਨ ਲਿਖਿਆ ਹੈ, ਹਰ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹੋਂ ਕਿਆ ਕਹੂੰ। ਹੁਣ ਭਿੱਖਾ ਜੀ ਆਖਦੇ ਨੇ ਉਹਨਾਂ ਬਾਰੇ ਮੈਂ ਕੀ ਆਖਾਂ, ਜਿਹੜੇ ਰੱਬ ਦਾ ਨਾਮ ਛੱਡ ਕੇ ਮਾਇਆ ਦੀ ਪੂਜਾ ਵਿੱਚ ਲੱਗੇ ਹੋਏ ਨੇ। ਉੱਤੋਂ ਇਹ ਪੁਜਾਰੀ ਰੱਬ ਦੇ ਬਣੇ ਹੋਏ ਨੇ, ਲੇਕਿਨ ਅੰਦਰੋਂ ਇਹ ਪੂਜਾ ਮਾਇਆ ਦੀ ਕਰ ਰਹੇ ਨੇ। ਇਹਨਾਂ ਦੇ ਬਾਰੇ ਮੈਂ ਕਿਹੜੀ ਗੱਲ ਤੁਹਾਡੇ ਨਾਲ ਬਿਆਨ ਕਰਾਂ। ਹੁਣ ਤੁਸੀਂ ਸਮਝ ਸਕਦੇ ਹੋ ਭਿੱਖਾ ਜੀ ਦੀ ਅੰਦਰੂਨੀ ਹਾਲਤ ਕੀ ਹੋਈ ਹੋਵੇਗੀ ਉਸ ਵਕਤ, ਜਦੋਂ ਇੰਨਾ ਲੰਮਾ ਸਮਾਂ, ਉਦੋਂ ਕੋਈ ਬੱਸਾਂ ਮੋਟਰਾਂ ਗੱਡੀਆਂ ਨਹੀਂ ਸਨ, ਪਤਾ ਨਹੀਂ ਕਿਵੇਂ ਕਿਵੇਂ ਲੋਕ ਤੁਰ ਕੇ ਜਾਂਦੇ ਸਨ, ਭੁੱਖਣ ਭਾਣੇ ਰਾਹਾਂ ਖੈੜਿਆਂ ਵਿੱਚ ਠੇਡੇ ਖਾਂਦੇ। ਦਰਿਆਵਾਂ ਨੂੰ ਪਾਰ ਕਰਨਾ, ਜੰਗਲਾਂ ਬੇਲਿਆਂ ਨੂੰ ਪਾਰ ਕਰਨਾ ਅਤੀ ਮੁਸ਼ਕਿਲ ਸੀ। ਉਹਦੇ ਮਨ ਦੀ ਹਾਲਤ ਕੀ ਹੋਵੇਗੀ ਜਦੋਂ ਕਿਤੋਂ ਵੀ ਉਹਨੂੰ ਤਸੱਲੀ ਨਾ ਮਿਲੀ ਹੋਏਗੀ। ਹੁਣ ਇਸ ਕਰਕੇ ਉਹ ਕਹਿੰਦੇ ਨੇ ਇਹਨਾਂ ਦੀਆਂ ਗੱਲਾਂ ਮੈਂ ਤੁਹਾਨੂੰ ਕੀ ਦੱਸਾਂ। ਇਹ ਰੱਬ ਦੇ ਨਾਮ ਨੂੰ ਛੱਡ ਕੇ ਇਹ ਮਾਇਆ ਦੇ ਪੁਜਾਰੀ ਬਣੇ ਹੋਏ ਲੋਕ ਨੇ। ਹੁਣ ਆਖਦੇ ਨੇ ਗੁਰ ਦਈ ਮਿਲਾਇਓ ਭਿੱਖਿਆ। ਭਿੱਖਿਆ ਦਾ ਮਤਲਬ ਇੱਥੇ ਭਿੱਖਾ ਭੱਟ ਦਾ ਨਾਮ ਹੈ। ਹੇ ਆਪਣੇ ਆਪ ਨੂੰ ਕਹਿੰਦੇ ਨੇ, ਹੇ ਭਿੱਖਿਆ, ਪਰਮਾਤਮਾ ਨੇ ਮੇਰੇ ਤੇ ਮਿਹਰ ਕਰਕੇ ਮੈਨੂੰ ਗੁਰੂ ਮਿਲਾ ਦਿੱਤਾ। ਤੇ ਗੁਰੂ ਕਿਹੜਾ ਮਿਲਾਇਆ? ਗੁਰੂ ਅਮਰਦਾਸ। ਕਿਉਂਕਿ ਇਹ ਗੁਰੂ ਅਮਰਦਾਸ ਮਹਾਰਾਜ ਦੇ ਆਸ਼ਰਮ ਤੇ ਗੋਇੰਦਵਾਲ, ਉਹ ਵੀ ਉਦੋਂ ਦਰਿਆ ਦੇ ਕਿਨਾਰੇ ਤੇ ਸੀ, ਉੱਥੇ ਪਹੁੰਚੇ ਸਨ। ਗੁਰ ਦਈ ਜਿਹੜਾ ਨਾ ਜੀ, ਇਹ ਦਈਵ ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਨੂੰ ਬਹੁਤ ਸਾਰੇ ਲੋਕ ਪਾਠ ਕਰਨ ਵਾਲੇ ਦਈਊ ਪੜ੍ਹ ਜਾਂਦੇ ਨੇ, ਜੇ ਔਂਕੜ ਲੱਗੀ ਹੋਵੇ, ਤੇ ਜੇ ਸਿਹਾਰੀ ਲੱਗੀ ਹੋਵੇ ਤੇ ਦਏ ਪੜ੍ਹ ਜਾਂਦੇ ਨੇ। ਇਸ ਤਰ੍ਹਾਂ ਨਹੀਂ ਹੈ ਜੀ, ਇਹਦਾ ਉਚਾਰਨ ਹਮੇਸ਼ਾ ਦਈ ਰਹਿੰਦਾ ਹੈ, ਕਿਉਂਕਿ ਇਹ ਦਈਵ ਸ਼ਬਦ ਤੋਂ, ਸੰਸਕ੍ਰਿਤ ਤੋਂ ਆਇਆ ਹੋਇਆ ਸ਼ਬਦ ਹੈ। ਇਹਨੂੰ ਦਈਓ ਦੁਈਓ ਨਾ ਪੜ੍ਹਿਆ ਕਰੋ, ਇਹਨੂੰ ਦਈ ਸਿੱਧਾ ਪੜ੍ਹਿਆ ਕਰੋ। ਗੁਰ ਦਈ ਮਿਲਾਇਓ, ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ। ਹੁਣ ਜਿਵ ਤੂੰ ਰੱਖੈ ਤਿਵ ਰਹੂੰ। ਹੁਣ ਮੈਂ ਆਪਣਾ ਆਪਾ ਗੁਰੂ ਅਮਰਦਾਸ ਮਹਾਰਾਜ ਦੇ ਸਮਰਪਿਤ ਕਰ ਦਿੱਤਾ ਹੈ। ਤੇ ਮੈਂ ਹੁਣ ਇਹ ਗੱਲ ਕਹਿਣਾ, ਹੁਣ ਜਿਵੇਂ ਮੇਰਾ ਗੁਰੂ ਮੈਨੂੰ ਰੱਖੇਗਾ, ਮੈਂ ਆਪਣੀ ਜ਼ਿੰਦਗੀ ਵਿੱਚ ਉਸ ਤਰ੍ਹਾਂ ਰਹਾਂਗਾ, ਕਿਉਂਕਿ ਮੇਰੇ ਮਨ ਦੀ ਹੁਣ ਤਸੱਲੀ ਹੋ ਗਈ ਹੈ। ਮੇਰਾ ਮਨ ਹੁਣ ਟਿਕ ਗਿਆ ਹੈ। ਮੇਰਾ ਮਨ ਹੁਣ ਮੰਨ ਗਿਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਦੀ ਕਰਨੀ ਤੇ ਗੁਰੂ ਅਮਰਦਾਸ ਸਾਹਿਬ ਦੀ ਕਥਨੀ ਵਿੱਚ ਕੋਈ ਅੰਤਰ ਨਹੀਂ। ਸੋ ਜੀ ਆਪਾਂ ਅੱਜ ਇੱਥੋਂ ਤੱਕ ਵਿਚਾਰ ਸਾਂਝੇ ਕੀਤੇ ਨੇ। ਆਉਣ ਵਾਲੇ ਸਮੇਂ 'ਚ ਅੱਗੇ ਜਿਹੜੇ ਹੈਗੇ ਨੇ ਸਿਰਲੇਖ ਗੁਰਬਾਣੀ ਦੇ ਝੋਲਣਾ, ਅੱਗੇ ਹੈ ਸ਼ਲੋਕ ਵਾਰਾਂ ਤੇ ਵਧੀਕ, ਫਿਰ ਆਏਗਾ ਮੁੰਦਾਵਨੀ। ਆਪਾਂ ਉਹਨਾਂ ਸਿਰਲੇਖਾਂ ਨੂੰ ਸਮੇਂ-ਸਮੇਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸੁਣਿਆ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਚਾਹਾਂਗਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।